त्वै सर्ब नाम कथै कवन, करम नाम परनत सुमत। नारायण नरपत नमस्कारे, ऐसे गुर को बल बल जाइयै। आप मुकत मोहि तारे, ऐसे गुर को बल बल जाइयै। आप मुकत मोहि तारे। कवन 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 गुण कहियै, अंत नहीं कछ पारे। लाख 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 कई कोरै, को है ऐसो विचारै। बिसम 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 ही भई है, बिसम 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 ही भई है। लाल गुलाल रंगारे, कहो नानक संतन रस आई है। ज्यों चाख गूंगा मुस्कारे, कहो नानक संतन रस आई है। ज्यों चाख गूंगा मुस्कारे। वाहिगुरु जी का खालसा, वाहिगुरु जी की फतेह। धन धन श्री गुरु ग्रंथ साहब महाराज जी दे हजूर जुड़ मिल के बैठी गुरु का खास रूप गुरु सवारी गुरु खालसा साध संगत जी। आप समूह साध संगत ने बड़े प्रेम दे नाल गुरबाणी दे रस भिन्ने कीर्तन सच्चे पातशाह महाराज जी दे हजूरी सिख धन धन अमर शहीद बाबा दीप सिंह जी की शहीदी नूं मुख रखते हुए जो कीर्तन भाई बख्शीश सिंह पासों सरवण किया है। आओ हुण महापुरख अमर शहीद धन धन बाबा दीप सिंह जी का जीवन इतिहास ट्यूक मात्र विचार लईए। सच्चे पातशाह धन श्री गुरु ग्रंथ साहब महाराज कृपा करन जो उन्हां महापुरखां ने भगतां ने संत जनां ने सूरमियां ने गुरु पातशाह महाराज अगे सिदक दी सिक्खी निभाई है। उहदा किणका मात्र साडे भी जीवन विच पातशाह पा देण। गुरु महाराज रहमत बख्शिश करन। उन्हां दी महान महान कमाईयां ने असी पातशाह महाराज दे गुरु के प्यारे सिखां दी संपूर्ण जीवन विचार तो नहीं कर सकते क्योंकि उन्हां दी कमाई बहुत उच्ची है, पर उन्हां नूं याद करके उन्हां दे चरनां 'च हाज़री जरूर लवा सकते हैं। अज 15 नवंबर का दिन है। अज वाले दिन हजूर साहब की धरती के उत्तों जदों पातशाह महाराज जी धन श्री गुरु गोबिंद सिंह जी के पावन पवित्र सचखंड स्थान तो संगत नूं 15 मिनट मूल मंत्र ते सिमरन का भी हुक्म हुंदा है। गुरु पातशाह महाराज इतिहास तो बाद सिमरन की भी हाज़री ले लैण। धन धन बाबा दीप सिंह जी का इतिहास विचारण तो पहला सारी संगत असीस बख्शिश करो। प्रेम दे नाल आखना करिए जी सतनाम श्री वाहे गुरु साहिब जी। सतनाम। धन धन अमर शहीद बाबा दीप सिंह जी। खालसा जी धन धन बाबा दीप सिंह जी का जन्म 1682 का होया है। पऊविंड पिंड है अमृतसर नगर के कोल, जिथे बाबा जी का आगमन होया है। बाबा दीप सिंह जी का पहला नाम दीपा है ते उन्हां दे पिता भाई भगता जी ते उन्हां दी माता जी का नाम है माता जियोणी जी। माता जियोणी जी अते पिता भगता जी शुरू तो ही भजन बंदगी दे अंदर एक रस लीन लैण वाले
ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਗੁਰਬਾਣੀ ਦਾ ਜਾਪ ਕਰਨ ਵਾਲੇ, ਸਤਸੰਗਤ ਤੇ ਸਮਾਂ ਬਤੀਤ ਕਰਨ ਵਾਲੇ, ਗੁਰੂ ਦੀ ਸੰਗਤ ਦੀ ਸੇਵਾ ਕਰਨ ਵਾਲੇ ਮਹਾਂਪੁਰਸ਼ ਸਨ। ਧੰਨ ਧੰਨ ਮਾਤਾ ਜਿਉਣੀ ਜੀ ਨੇ ਬਾਬਾ ਦੀਪ ਜੀ ਦੇ ਆਗਮਨ ਤੋਂ ਪਹਿਲਾਂ ਹੀ ਇਸ ਪੰਕਤੀ ਦਾ ਬਹੁਤ ਕੰਠ ਕਰਕੇ ਉਚਾਰਨ ਕੀਤਾ। ਪੂਤਾ ਮਾਤਾ ਕੀ ਆਸੀਸ, ਨਿਮਖ ਨਾ ਬਿਸਰੋ ਤੁਮਕੋ ਹਰ ਹਰ ਸਦਾ ਭਜੋ ਜਗਦੀਸ਼। ਸਤਿਗੁਰ ਤੁਮਕੋ ਹੋ ਦਿਆਲਾ, ਸੰਤ ਸੰਗ ਤੇਰੀ ਪ੍ਰੀਤ। ਕਾਪੜ ਪਤ ਪਰਮੇਸ਼ਵਰ ਰਾਖੀ, ਭੋਜਨ ਕੀਰਤਨ ਨੀਤ। ਹੇ ਸੱਚੇ ਪਾਤਸ਼ਾਹ ਮਹਾਰਾਜ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਅਸੀਂ ਆਪਣੇ ਬੱਚੇ ਨੂੰ ਤੁਹਾਡੇ ਚਰਨਾਂ 'ਚ ਲੈ ਕੇ ਆਉਣ ਦੀ ਇੱਛਾ ਰੱਖਦੇ ਹਾਂ। ਆਪ ਜੀ ਕਿਰਪਾ ਕਰੋ, ਸਾਡੇ ਦੀਪ ਦੇ ਉੱਤੇ ਭੋਜਨ ਕੀਰਤਨ ਨੀਤ, ਇਹਨੂੰ ਆਪਣੀ ਕੀਰਤੀ ਦਾ ਭੋਜਨ ਕਰਵਾਓ ਤੇ ਸੰਤਾਂ ਦੇ ਸੰਗਤ ਨਾਲ ਇਹਨਾਂ ਦੀ ਪ੍ਰੀਤੀ ਹੋਵੇ। ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਹਰ ਸਿਮਰਤ ਆਨੰਦ ਆਨੰਦਾ। ਹੇ ਗੁਰੂ ਪਾਤਸ਼ਾਹ, ਮੇਰੇ ਪੁੱਤਰ ਨੂੰ ਅੰਮ੍ਰਿਤ ਦੀ ਦਾਤ ਵੀ ਦਿਓ। ਅੰਮ੍ਰਿਤ ਦੀ ਦਾਤ ਲੈਣ ਕਰਕੇ ਇਹਦਾ ਤਨ ਤੇ ਮਨ ਪਵਿੱਤਰ ਹੋਵੇ ਤੇ ਤੁਹਾਡੇ ਚਰਨਾਂ ਦਾ ਸਿਮਰਨ ਵਾਹਿਗੁਰੂ ਸ਼ਬਦ ਇਸ ਦੇ ਹਿਰਦੇ ਵਿੱਚ ਦ੍ਰਿੜ ਰਵੇ। ਇਸ ਫੁਰਨੇ ਦੇ ਨਾਲ ਮਾਤਾ ਜਿਉਣੀ ਤੇ ਪਿਤਾ ਭਗਤਾ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ, ਕਲਗੀਧਰ ਪਾਤਸ਼ਾਹ ਦੇ ਕੋਲ ਦੀਪ ਸਿੰਘ ਨੂੰ ਲੈ ਕੇ ਆਉਂਦੇ ਨੇ। ਜਦੋਂ ਪਹਿਲੀ ਵਾਰੀ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਕੀਤੇ, ਅਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ, ਸੰਗਤਾਂ ਦਾ ਠਾਠਾਂ ਮਾਰਦਾ ਇਕੱਠ, ਗੁਰੂ ਦਾ ਜਸ ਕੀਰਤਨੀਆਂ ਪਾਸੋਂ, ਢਾਡੀ ਸਿੰਘਾਂ ਪਾਸੋਂ ਸਰਵਣ ਕੀਤਾ, ਭਾਂਡਿਆਂ ਦੀ ਸੇਵਾ ਕੀਤੀ। ਕੁਝ ਕੁ ਦਿਨ ਪਿਤਾ ਜੀ ਮਾਤਾ ਜੀ ਨਾਲ ਬਾਬਾ ਦੀਪ ਜੀ ਉੱਥੇ ਹੀ ਰਹੇ। ਜਦੋਂ ਸ਼੍ਰੀ ਅਨੰਦਪੁਰ ਸਾਹਿਬ ਕੇਸਗੜ੍ਹ ਸਾਹਿਬ ਦੀ ਧਰਤੀ ਤੇ ਸੇਵਾ ਕੀਤੀ, ਕਲਗੀਧਰ ਪਾਤਸ਼ਾਹ ਮਹਾਰਾਜ ਦੇ ਹਜ਼ੂਰੀ ਸਿੰਘਾਂ ਦਾ ਜੀਵਨ ਦੇਖਿਆ, ਮਨ 'ਚ ਇੱਛਾ ਹੋਈ ਕਿਉਂ ਨਾ ਮੈਂ ਵੀ ਅੰਮ੍ਰਿਤ ਦੀ ਦਾਤ ਲਵਾਂ। ਆਪਣੇ ਮਾਤਾ ਪਿਤਾ ਅੱਗੇ ਜਦੋਂ ਇਹ ਪ੍ਰਸਤਾਵ ਰੱਖਿਆ, ਮਾਤਾ ਤੇ ਪਿਤਾ ਬਹੁਤ ਖੁਸ਼ ਹੋਏ। ਉਹਨਾਂ ਨੇ ਕਿਹਾ, ਪੁੱਤਰ ਦੀਪ, ਇਹ ਤੇ ਬਹੁਤ ਚੰਗੀ ਗੱਲ ਹੈ, ਖੰਡੇ ਬਾਟੇ ਦੀ ਪਾਹੁਲ ਲੈ ਕੇ ਤੁਸੀਂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਸੇਵਾਦਾਰਾਂ ਦੇ ਅੰਦਰੋਂ, ਹਜ਼ੂਰੀ ਸਿੰਘਾਂ ਦੇ ਅੰਦਰੋਂ ਸੇਵਾ ਨਿਭਾਓ। ਬਾਬਾ ਦੀਪ ਸਿੰਘ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਮਾਤਾ ਤੇ ਪਿਤਾ ਨੇ ਬੇਨਤੀ ਕੀਤੀ, ਪਾਤਸ਼ਾਹ ਸਾਡੇ ਪੁੱਤਰ ਨੂੰ ਦੀਪ ਤੋਂ ਦੀਪ ਸਿੰਘ ਬਣਾ ਦਿਓ। ਕਲਗੀਧਰ ਪਾਤਸ਼ਾਹ ਮਹਾਰਾਜ ਨੇ ਆਪਣਾ ਮਿਹਰ ਭਰਿਆ ਹੱਥ ਬਾਬੇ ਦੀਪ ਦੇ ਸਿਰ ਤੇ ਰੱਖਿਆ ਤੇ ਕਿਹਾ, ਕੱਲ ਦੇ ਦੀਵਾਨਾਂ ਤੋਂ ਬਾਅਦ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ ਹੈ, ਅਸੀਂ ਦੀਪ ਸਿੰਘ ਨੂੰ ਅੰਮ੍ਰਿਤ ਆਪਣੇ ਹੱਥ ਨਾਲ ਛਕਾਵਾਂਗੇ। ਖਾਲਸਾ ਜੀ, ਉਹ ਕਿੰਨੀ ਰੁਦਰਮਈ, ਕਿੰਨੀ ਰਸਮਈ ਬਾਣੀ, ਜਿਹੜੀ ਪੰਜਾਂ ਬਾਣੀਆਂ ਦਾ ਕੀਰਤਨ ਸੁਣਦੇ ਕਲਗੀਧਰ ਪਾਤਸ਼ਾਹ ਦੇ ਪੰਜ ਪਿਆਰਿਆਂ ਦੇ ਹਜ਼ੂਰ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਹਜ਼ੂਰ, ਜਦੋਂ ਬਾਬਾ ਦੀਪ ਸਿੰਘ ਜੀ ਨੇ ਅੰਮ੍ਰਿਤ ਦਾ ਬਾਟਾ ਮੂੰਹ ਨੂੰ ਲਾਇਆ, ਰੋਮ ਰੋਮ ਦੇ ਅੰਦਰੋਂ ਸਿੱਖੀ, ਰੋਮ ਰੋਮ ਦੇ ਅੰਦਰੋਂ ਗੁਰਮੰਤਰ, ਰੋਮ ਰੋਮ ਦੇ ਅੰਦਰੋਂ ਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਧੰਨਵਾਦ ਨਿਕਲਣ ਲੱਗ ਪਿਆ। ਕੇਸਾਂ ਦੇ ਅੰਦਰ ਅੰਮ੍ਰਿਤ ਪੈਂਦੇ ਹੀ ਬਾਬਾ ਦੀਪ ਸਿੰਘ ਜੀ ਦੇ ਅੱਖਾਂ ਦੇ ਅੰਦਰ ਕਲਗੀਧਰ ਪਾਤਸ਼ਾਹ ਨੇ ਆਪਣੇ ਨੇਤਰ ਪਾਏ। ਕਿਹਾ, ਦੀਪ ਸਿੰਘ, ਅੱਜ ਤੋਂ ਤੁਹਾਡਾ ਨਾਮ ਦੀਪ ਸਿੰਘ ਹੈ ਤੇ ਗੱਜ ਕੇ ਬੋਲੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦੋਂ ਪਾਤਸ਼ਾਹ ਨੇ ਅੰਮ੍ਰਿਤ ਦੀ ਦਾਤ ਦਿੱਤੀ, ਕੁਝ ਕੁ ਦਿਨ ਰਹਿ ਕੇ ਬਾਬਾ ਦੀਪ ਸਿੰਘ ਜੀ ਆਪਣੇ ਨਗਰ ਵਾਪਸ ਪਹੂ ਪਿੰਡ ਚਲੇ ਗਏ। ਉੱਥੇ ਜਦੋਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਰਹੇ ਨੇ
तदों बाबा दीप सिंह जी ने गुरमत विद्या पढ़ी है, जिसके अंदर जिक्र आया है। गुरमुखी पढ़ी बाबा जी ने, फारसी पढ़ी, ब्रिज भाषा पढ़ी, संस्कृत पढ़ी। बाबा दीप सिंह जी ने मुढ़ली गुरमत की विद्या प्राप्त करके तकरीबन 1700 ईस्वी के अंदर वापस अपने नगर परत गए ने। तदों बाबा जी की उम्र तकरीबन 18 साल की सी, क्योंकि 1682 का जन्म है, 16 जनवरी का। 1700 के अंदर सन के अंदर बाबा जी वापस अपने नगर पहूविंड परत गए। उत्थे गुरसिखां नूं गुरबाणी पढ़ानी, शस्त्र विद्या का अभ्यास कराना, 2 वेले संगत करनी, संगतां नूं वाहिगुरू गुरमंत्र दे नाल जोड़ना, यह नियम बना लिया। गुरु दे लंगरां दे अंदर सेवा करनी, 2 वेले लंगर चलना। धन अमर शहीद बाबा दीप सिंह जी का जीवन बहुत उच्चा ते सुच्चा हो गया। इत्थे तक गुरसिखां तो कथा दे अंदर बचन सुनिया है। बाबा जी का 101 जपजी साहब का नेम कलगीधर पातशाह महाराज तो बाद वापस आण तो आनंदपुर साहब तो पहूविंड पहुंचे सी, जदों अपने स्थान ते 101 जपजी साहब के पाठ की रोज़ हाज़री बाबा जी कुछ ना छकदे हुए सुच्चे मूँह ही हाज़री लवा लेंदे सन। धन धन बाबा दीप सिंह जी समा बीतदा गया। 1705 ईस्वी के अंदर कलगीधर पातशाह महाराज जिथे अपने वड्डे साहिबजादियां नूं चमकौर की गड़ी शहीद करवा के, छोटे साहिबजादियां दा भी राय कल्ले दे एक चौरबरदार भाई नूर तो पता लग्या कि छोटे साहिबजादे ते माता गुजरी जी भी शहीद हो गए ने। कलगीधर पातशाह महाराज ने तुरकां दी जड़ दे उत्थे पुट के कई दा बूटा तीर नाल पट के कहा, उन्हां दी जड़ पुट्टी गई। श्री गुरु गोबिंद सिंह महाराज उधरों फिर मालवे देश विचरदे हुए बठिंडे साबो की तलवंडी पहुंचते ने। उत्थे धीर मलियां दे कोल कलगीधर पातशाह ने 5 सिंघां नूं भेजिया। भाई दया सिंह, भाई धर्म सिंह, भाई मान सिंह, सारे सिंह कट्ठे होके गए। बाबा धीरमल जी गुरु ग्रंथ साहिब महाराज का स्वरूप दे दिओ जो तुहाडे परिवार कोल है। उत्थे मेहणा मारिया बाबे धीरमल ने, जे गुरु पूरा है ते अपने कंठ तो बाणी उचार लवे। गुरु पातशाह महाराज यह गल सिंघां ने आके दसी। महाराज कहंदे असी एक ओंकार तो लैके 18 10 20 तक संपूर्ण बाणी अपने श्री कंठ तो उचारांगे। शहीद भाई मणि सिंह जी वो गुरु ग्रंथ साहिब का स्वरूप लिखणगे ते पहूविंड तो बाबा दीप सिंह जी नूं बुला लो। बाबा दीप सिंह तक हुक्मनामा सिंह लैके पहुंचे। अमर शहीद बाबा दीप सिंह जी गुरु साहब पातशाह का हुक्म पांदे ही पहूविंड तो चल के साबो की तलवंडी पहुंचे। बाबा दीप सिंह जी दियां मुढ़लियां सेवावां जो सन वो सीगी शाही तैयार करनी, क्योंकि जिहड़ी शाही दे नाल श्री गुरु ग्रंथ साहिब के स्वरूप साबो की तलवंडी लिखे गए सन, उसके अंदर सोना घड़ के पैंदा सी। सुनहरी शाही दे नाल वो स्वरूप लिखे जाने सन। कागज़ तैयार करन दी सेवा, कलमा घड़न दी सेवा धन बाबा दीप सिंह जी ने अपने हत्थी कीती। खालसा जी गुरु दी बाणी दे अंदर धन किया गया है। धन सुकागद कलम धन, धन भांडा धन मस, धन लिखारी नानका जिन नाम लिखाया सच। वो धन है कलम, धन है वो भांडा जिसके अंदर दवात, जिसके अंदर शाही तैयार हुई है, वो मस मस्सू कहते ने शाही नूं। धन ने कागज, धन ने कलमा, धन है वो शाही, धन है गुरु ग्रंथ साहिब महाराज की बाणी, ते धन ने वो गुरु के सिख जिन्हां ने वो बाणी लिखी है। सो बाबा दीप सिंह जी नूं महाराज ने बाणी दे अंदर पहला ही धन कह दिता। धन धन बाबा दीप सिंह जी श्री गुरु ग्रंथ साहिब महाराज के स्वरूप जदों भाई मणि सिंह जी लिख रहे सन तां बिना नागा कलमा
ਸ਼ਾਹੀ ਤੇ ਕਾਗਜ਼ ਦੀ ਸੇਵਾ ਕਰਦੇ। ਗੁਰਦੁਆਰਾ ਲਿਖਣਸਰ ਸਾਹਿਬ ਬਾਬਾ ਦੀਪ ਸਿੰਘ ਜੀ ਸੇਵਾ ਕਰਦੇ। ਕਲਗੀਧਰ ਸੱਚੇ ਪਾਤਸ਼ਾਹ ਆਪਣੇ ਸ਼੍ਰੀ ਕੰਠ ਤੋਂ ਬਾਣੀ ਉਚਾਰਦੇ। 9 ਮਹੀਨੇ 9 ਦਿਨ 9 ਘੜੀਆਂ 9 ਪਲ ਲੱਗ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੰਪੂਰਨ ਜਿਹੜੀ ਬਾਣੀ ਸੀ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਉਚਾਰੀ ਸਾਬੋ ਕੀ ਤਲਵੰਡੀ ਦਮਦਮਾ ਸਾਹਿਬ ਵਿਖੇ। ਜਦੋਂ ਉੱਥੇ ਬਾਣੀ ਉਚਾਰੀ ਸਾਰੀ ਤਾਂ ਜਿੰਨੀ ਬਾਣੀ ਮਹਾਰਾਜ ਆਪਣੇ ਸ਼੍ਰੀ ਕੰਠ ਤੋਂ ਉਚਾਰਦੇ 19 ਪਾਤਸ਼ਾਹ ਬਾਣੀ ਦੀ ਕਥਾ ਵੀ ਕਰਦੇ। ਉਹ ਜਿਹੜੀ ਕਥਾ ਸੀਗੀ ਤਕਰੀਬਨ 50 ਸਿੰਘਾਂ ਨੇ ਸੁਣੀ। ਉਹ 50 ਦੇ 50 ਸਿੰਘ ਜਿਨ੍ਹਾਂ ਚੋਂ ਸੱਚਖੰਡ ਜਾਣ ਦੇ ਅਧਿਕਾਰੀ ਹੋ ਗਏ, ਪਰ ਬਾਬਾ ਦੀਪ ਸਿੰਘ ਜੀ ਨੂੰ ਭਾਈ ਮਣੀ ਸਿੰਘ ਜੀ ਨੂੰ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਰੋਕ ਲਿਆ। ਅੱਗੇ ਪੰਥ ਦੀ ਸੇਵਾ, ਅੱਗੇ ਪੰਥ ਨੂੰ ਅਰਥ ਵੀ ਪੜਾਉਣੇ ਨੇ, ਕਿਉਂਕਿ ਜਿਹੜੇ ਖਾਲਸੇ ਨੂੰ ਅਰਥ ਮਹਾਰਾਜ ਨੇ ਪੜ੍ਹਾਏ ਸਨ ਉਹ ਸੀਨਰ ਬਸੀਨੇ ਅੱਗੋਂ ਵੀ ਖਾਲਸੇ ਨੂੰ ਪੜ੍ਹਾਉਣੇ ਜ਼ਰੂਰੀ ਸਨ। ਸੋ ਮਹਾਰਾਜ ਨੇ ਬਾਕੀ 48 ਸਿੰਘ ਦੇਹੀ ਮੁਕਤ ਹੋ ਕੇ ਸੱਚਖੰਡ ਗਏ। ਬਾਬਾ ਦੀਪ ਸਿੰਘ ਜੀ ਅਤੇ ਉਪਰੰਤ ਭਾਈ ਮਣੀ ਸਿੰਘ ਜੀ ਉੱਥੋਂ ਫੇਰ ਸਿੱਖਾਂ ਨੂੰ ਵਿੱਦਿਆ ਪੜ੍ਹਾਉਂਦੇ ਰਹੇ, ਗੁਰਬਾਣੀ ਦੇ ਅਰਥ। ਉਸ ਤੋਂ ਉਪਰੰਤ ਬਾਬਾ ਦੀਪ ਕਲਗੀਧਰ ਪਾਤਸ਼ਾਹ ਮਹਾਰਾਜ ਤਾਂ ਅੱਗੇ ਚਲੇ ਗਏ ਸ਼੍ਰੀ ਨਾਂਦੇੜ ਸਾਹਿਬ ਦੀ ਧਰਤੀ ਤੇ ਬਾਬਾ ਦੀਪ ਸਿੰਘ ਜੀ ਇੱਧਰ ਬਠਿੰਡੇ ਵਿਖੇ ਰੁਕੇ, ਸਾਬੋ ਕੀ ਤਲਵੰਡੀ। ਕਲਗੀਧਰ ਪਾਤਸ਼ਾਹ ਮਹਾਰਾਜ ਨੇ ਬੰਦੇ ਬਹਾਦਰ ਨੂੰ ਤਿਆਰ ਕਰਕੇ ਆਪਣੇ 5 ਬਖਸ਼ਿਸ਼ ਵਾਲੇ ਤੀਰ ਦੇ ਕੇ ਵਜ਼ੀਰ ਖਾਨ ਨੂੰ ਮਾਰਨ ਦੇ ਲਈ, ਵਜ਼ੀਰ ਖਾਨ ਨੂੰ ਛੋਟੇ ਸਾਹਿਬਜ਼ਾਦਿਆਂ ਦਾ ਬਦਲਾ ਲੈਣ ਦੇ ਲਈ ਪੰਜਾਬ ਦੀ ਧਰਤੀ ਤੇ ਭੇਜਿਆ। ਬਾਬਾ ਵਿਨੋਦ ਸਿੰਘ ਜੀ, ਬਾਬਾ ਰਣ ਸਿੰਘ ਜੀ, ਬਾਬਾ ਰਾਮ ਸਿੰਘ ਜੀ ਇਤਿਆਦਿਕ 5 ਸਿੰਘ ਤਿਆਰ ਬਰ ਤਿਆਰ। ਬਾਬਾ ਦੀਪ ਸਿੰਘ ਜੀ ਵੀ ਉਸੇ ਫੌਜ ਦੇ ਅੰਦਰ ਨਾਲ ਗਏ। ਜਦੋਂ ਛੱਪੜ ਛਿੜੀ ਦੇ ਜੰਗ ਦੇ ਅੰਦਰ ਵਜ਼ੀਰ ਖਾਨ ਦੇ ਨਾਲ ਜੰਗ ਹੋਇਆ ਬੰਦੇ ਬਹਾਦਰ ਦਾ, ਤਾਂ ਭਾਈ ਰਤਨ ਸਿੰਘ ਜੀ ਭੰਗੂ ਨੇ ਪ੍ਰਾਚੀਨ ਪੰਥ ਪ੍ਰਕਾਸ਼ ਦੇ ਅੰਦਰ ਲਿਖਿਆ ਹੈ ਕਿ ਬਾਬਾ ਦੀਪ ਸਿੰਘ ਜੀ ਦਾ ਇੱਕ ਦੰਦ ਵੀ ਉਸ ਜੰਗ ਦੇ ਅੰਦਰ ਟੁੱਟ ਗਿਆ ਸੀ। ਬਾਬਾ ਦੀਪ ਸਿੰਘ ਜੀ ਮਹਾਨ ਯੋਧੇ, ਉਸ ਜੰਗ ਦੇ ਅੰਦਰ ਵੀ ਉਹਨਾਂ ਨੇ ਬੜਾ ਵੱਡਾ ਅਹਿਮ ਆਪਣਾ ਜੋ ਜੰਗ ਦਾ ਜ਼ੋਹਰ ਦਿਖਾਏ ਨੇ। ਕਲਗੀਧਰ ਪਾਤਸ਼ਾਹ ਮਹਾਰਾਜ ਉੱਥੇ ਸੱਚਖੰਡ ਵਿਖੇ 1708 ਵਿਖੇ ਜੋਤੀ ਜੋਤ ਸਮਾਏ। ਉਧਰੋਂ ਬਾਬਾ ਦੀਪ ਸਿੰਘ ਜੀ ਇਧਰੋਂ ਵਜ਼ੀਰ ਖਾਨ ਹੋਰਾਂ ਨੂੰ ਝਟਕਾ ਕੇ ਸਾਰੇ ਸਿੰਘ ਜਿਹੜੇ ਸੀਗੇ ਬੰਦਾ ਸਿੰਘ ਬਹਾਦਰ ਦੇ ਨਾਲ ਉੱਪਰ ਨੂੰ ਚਲੇ ਗਏ ਪਹਾੜਾਂ ਵੱਲ ਨੂੰ। ਪਰ ਬਾਬਾ ਦੀਪ ਸਿੰਘ ਜੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਆਏ ਤੇ ਉਹਨਾਂ ਨੇ ਆ ਕੇ ਇੱਥੇ ਫਿਰ 11 ਸਾਲ ਰਹੇ। 11 ਸਾਲ ਦੇ ਅੰਦਰ ਬਾਬਾ ਦੀਪ ਸਿੰਘ ਜੀ ਨੇ ਗੁਰਬਾਣੀ ਦਾ ਬਹੁਤ ਪ੍ਰਚਾਰ ਤੇ ਪ੍ਰਸਾਰ ਕੀਤਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ 4 ਬੀੜਾਂ ਲਿਖਵਾਈਆਂ। ਸਭ ਤੋਂ ਪਹਿਲੀ ਬੀੜ ਸ਼੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਸਾਹਿਬ ਭੇਜੀ ਭਾਈ ਮਣੀ ਸਿੰਘ ਜੀ ਹੋਰਾਂ ਕੋਲ। ਦੂਸਰੀ ਬੀੜ ਸ਼੍ਰੀ ਹਰਮੰਦਰ ਸਾਹਿਬ ਪਟਨਾ ਸਾਹਿਬ ਵਿਖੇ ਭੇਜੀ। ਤੀਸਰੀ ਬੀੜ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਸੱਚਖੰਡ ਸਥਾਨ ਸ਼੍ਰੀ ਹਜੂਰ ਸਾਹਿਬ ਵਿਖੇ ਪਹੁੰਚੀ। ਤੇ ਚੌਥੀ ਬੀੜ ਸ਼੍ਰੀ ਅਨੰਦਪੁਰ ਸਾਹਿਬ ਕੇਸਗੜ੍ਹ ਸਾਹਿਬ ਦੀ ਧਰਤੀ ਦੇ ਉੱਤੇ ਚੌਥੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਬਾਬਾ ਦੀਪ ਸਿੰਘ ਜੀ ਨੇ ਹੱਥੀਂ ਲਿਖ ਕੇ ਭਿਜਵਾਈ। 4 ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲਿਖਵਾਏ। ਚਾਰੋਂ ਸਰੂਪ ਲਿਖਾਣ ਤੋਂ ਬਾਅਦ ਇੱਕ ਅਰਬੀ ਭਾਸ਼ਾ ਦੇ ਅੰਦਰ 5ਵਾਂ ਸਰੂਪ ਲਿਖਾ ਕੇ ਉਹ ਅਰਬ ਦੇਸ਼ ਦੇ ਅੰਦਰ ਭੇਜਿਆ। ਆਖਣਾ ਕਰੋ ਸਤਨਾਮ। ਕਲਗੀਧਰ ਪਾਤਸ਼ਾਹ ਮਹਾਰਾਜ ਦੇ ਅਨੰਨ ਪ੍ਰਿਯ ਸਿੱਖ ਬਾਬਾ ਦੀਪ ਸਿੰਘ ਜੀ ਦੀ 1757 ਦੇ ਅੰਦਰ ਤਕਰੀਬਨ ਬਾਬਾ ਜੀ ਦੀ ਉਮਰ 75 ਸਾਲ ਹੋ ਗਈ। 1682 ਦਾ ਜਨਮ ਸੀ। 1757 ਦੇ ਅੰਦਰ ਬਾਬਾ ਜੀ 75 ਸਾਲ ਦੀ ਉਮਰ ਦੇ ਹੋਏ ਤੇ ਬਾਬਾ ਜੀ ਕੋਲ ਆ ਕੇ ਸਿੰਘਾਂ ਨੇ ਸੂਹ ਦਿੱਤੀ। ਬਾਬਾ ਜੀ ਜਿਹੜਾ ਅਹਿਮਦ ਸ਼ਾਹ ਅਬਦਾਲੀ ਹੈ ਉਹਦਾ ਪੁੱਤਰ ਹੈ ਤੈਮੂਰ। ਤੈਮੂਰ ਤੇ ਜਹਾਨ ਖਾਨ ਦੋਨੋਂ ਸ਼੍ਰੀ ਹਰਮੰਦਰ ਸਾਹਿਬ ਦੀ ਬੇਦਬੀ ਕਰ ਰਹੇ ਨੇ। ਉਹਨਾਂ ਨੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਸਰੋਵਰ ਪੂਰ ਦਿੱਤਾ ਹੈ। ਉਸ ਦੇ ਅੰਦਰ ਸਾਰਾ ਜਲ ਪਾਵਨ ਪਵਿੱਤਰ ਜਲ ਕੱਢ ਕੇ ਸੁਕਾ ਦਿੱਤਾ ਹੈ
ਜਾਨਵਰਾਂ ਦੀਆਂ ਹੱਡੀਆਂ, ਗੋਹਾ ਇਤਿਆਦ ਬਹੁਤ ਮਹਾਰਾਜ ਦੀ ਸਥਾਨ ਦੀ ਬੇਦਬੀ ਕੀਤੀ ਹੈ। ਕਿਰਪਾ ਕਰੋ ਬਾਬਾ ਜੀ, ਆਪ ਜੀ ਕੋਈ ਕਰੜਾ ਹੁਣ ਨਿਸ਼ਚਾ ਬਣਾਓ। ਇਸ ਪ੍ਰਕਾਰ ਤਾਂ ਜ਼ਾਲਮ ਬਹੁਤ ਵੱਧ ਗਿਆ। ਧੰਨ ਧੰਨ ਬਾਬਾ ਦੀਪ ਸਿੰਘ ਜੀ ਨੇ ਜਦੋਂ ਬੇਦਬੀ ਵਾਲੇ ਬਚਨ ਸੁਣੇ ਤਾਂ ਸਮੂਹ ਖਾਲਸੇ ਪੰਥ ਨੂੰ ਬਾਬਾ ਦੀਪ ਸਿੰਘ ਜੀ ਨੇ ਕਿਹਾ, ਖਾਲਸਾ ਜੀ ਹੁਣ ਤੇ ਜੰਗ ਦਾ ਸਮਾਂ ਹੈ, ਸ਼ਹਾਦਤ ਦਾ ਸਮਾਂ ਹੈ। ਅਰਦਾਸ ਕੀਤੀ ਇੱਕ ਦਮਦਮਾ ਸਾਹਿਬ ਦੀ ਧਰਤੀ ਤੇ ਪੰਜਾਂ ਸਿੰਘਾਂ ਨੂੰ ਮੂਰੇ ਕਰਕੇ ਕੜਾਹ ਪ੍ਰਸ਼ਾਦ ਦੀ ਦੇਗ ਬਣਾਈ। ਕਿਹਾ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਤੁਹਾਡੀ ਕਿਰਪਾ ਸਦਕਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਅੰਮ੍ਰਿਤ ਦੀ ਦਾਤ ਲਈ ਹੈ। ਤੁਹਾਡੀ ਕਿਰਪਾ ਸਦਕਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਆਪ ਜੀ ਨੇ ਸੇਵਾ ਲਈ ਹੈ। ਹੁਣ ਬਾਣੀ ਤੇ ਬਾਣਾ ਅਤੇ ਸ਼ਸਤਰ ਵਿਦਿਆ ਦੇ ਅਭਿਆਸ ਦਾ ਜੋ ਨਮੂਨਾ ਹੈ ਉਹ ਆਪ ਖੁਦ ਵਿੱਚ ਵਰਤ ਕੇ ਦਿਖਾਓ। ਤੇ ਇੱਕ ਮਹਾਰਾਜ ਆਪ ਜੀ ਦੇ ਚਰਨਾਂ 'ਚ ਅਰਦਾਸ ਹੈ ਕਿ ਤੁਹਾਡਾ ਨਿਮਾਣਾ ਸਿੱਖ ਦੀਪ ਸਿੰਘ ਗੁਰੂ ਰਾਮਦਾਸ ਮਹਾਰਾਜ ਤੁਹਾਡੀ ਪਰਿਕਰਮਾ ਦੇ ਅੰਦਰ ਸੀਸ ਭੇਟਾ ਕਰਨਾ ਚਾਹੁੰਦਾ ਹੈ ਤੇ ਉਹ ਸ਼ਹਾਦਤ ਦਾ ਜਾਮ ਪੀਂਦੇ ਹੋਏ ਉਹ ਪਾਪੀਆਂ ਵੈਰੀਆਂ ਨੂੰ ਪੂਰੀ ਸਜ਼ਾ ਦੇਣਾ ਚਾਹੁੰਦਾ ਹੈ ਜਿਨ੍ਹਾਂ ਨੇ ਤੁਹਾਡਾ ਸਰੋਵਰ ਪੂਰਿਆ। ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਇਹ ਪ੍ਰਣ ਕਰਕੇ 500 ਸਿੰਘਾਂ ਦਾ ਜੱਥਾ ਲੈ ਕੇ ਬਠਿੰਡੇ ਤੋਂ ਸਾਬੋ ਕੀ ਤਲਵੰਡੀ ਤੋਂ ਚੱਲੇ ਸਨ। 500 ਸਿੰਘ ਲੈ ਕੇ ਬਾਬਾ ਦੀਪ ਸਿੰਘ ਜੀ ਨੇ ਚਾਲਾ ਮਾਰਿਆ ਤੇ ਜਦੋਂ ਅੰਮ੍ਰਿਤਸਰ ਸਾਹਿਬ ਤੱਕ ਪਹੁੰਚੇ ਤੇ ਤਕਰੀਬਨ 5000 ਸਿੰਘ ਤਿਆਰ ਹੋ ਗਏ, ਕਿਉਂਕਿ ਸਿੰਘਾਂ ਨੂੰ ਪਤਾ ਲੱਗਿਆ ਬਾਬਾ ਦੀਪ ਸਿੰਘ ਜੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਸਰੋਵਰਾਂ ਦਾ ਬਦਲਾ ਜਿਹੜਾ ਪੂਰਨ ਦੀ ਬੇਦਬੀ ਤੈਮੂਰ ਨੇ, ਅਬਦਾਲੀ ਨੇ ਤੇ ਜਹਾਨ ਖਾਨ ਨੇ ਕੀਤੀ ਹੈ ਉਹਦਾ ਬਦਲਾ ਲੈਣਾ ਹੈ। 1757 ਦੇ ਅੰਦਰ ਬਾਬਾ ਦੀਪ ਸਿੰਘ ਜੀ ਜਦੋਂ ਟਾਹਲਾ ਸਾਹਿਬ ਵਾਲੇ ਸਥਾਨ ਤੇ ਪਹੁੰਚੇ, ਉੱਥੇ ਬਾਬਾ ਜੀ ਦੇ ਜਿਹੜੇ ਨਾਲ ਹਜ਼ੂਰੀ ਸਿੰਘ ਸਨ ਉਹਨਾਂ ਤੋਂ, ਕਿਉਂਕਿ ਬਾਬਾ ਜੀ ਦੀ ਉਮਰ 75 ਸਾਲ ਦੀ ਸੀ, ਬਾਬਾ ਜੀ ਦੇ ਬਿਲਕੁਲ ਨਾਲ ਜਪੀ ਤਪੀ ਸਿੰਘ ਬਾਬਾ ਨੌਧ ਸਿੰਘ ਜੀ ਰਹਿੰਦੇ ਸਨ। ਉਹਨਾਂ ਦੀ ਉਮਰ 96 ਸਾਲ ਦੀ ਸੀ, ਬਾਬਾ ਜੀ ਤੋਂ 21 ਸਾਲ ਵੱਡੇ ਸਨ। ਉਹਨਾਂ ਨੂੰ ਬਾਬਾ ਜੀ ਨੇ ਕਿਹਾ ਵੀ ਆਪ ਜੀ ਨਾ ਚੱਲੋ। ਉਹਨਾਂ ਨੇ ਕਿਹਾ ਨਹੀਂ ਦੀਪ ਸਿੰਘ ਜੀ, ਹੁਣ ਸਾਡਾ ਵੀ ਸਮਾਂ ਆ ਗਿਆ ਹੈ। ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰਬਾਰ ਦੀ ਬੇਦਬੀ ਅਸੀਂ ਵੀ ਨਹੀਂ ਬਰਦਾਸ਼ਤ ਕਰ ਸਕਦੇ। ਬਾਬਾ ਨੌਧ ਸਿੰਘ ਜੀ ਨੇ ਵੀ ਉੱਥੇ ਸ਼ਸਤਰਾਂ ਨੂੰ ਹੱਥ ਪਾ ਕੇ ਨਾਲ ਟੁਰੇ ਸਨ। ਤੇ ਜਦੋਂ ਬਾਬਾ ਦੀਪ ਸਿੰਘ ਜੀ ਪੰਜਾਬ ਦੀ ਧਰਤੀ ਤੇ 5000 ਸਿੰਘਾਂ ਦਾ ਜੱਥਾ ਲੈ ਕੇ ਪਹੁੰਚੇ, ਉਧਰੋਂ ਤੁਰਕਾਂ ਦੀਆਂ ਵੀ ਫੌਜਾਂ ਨੂੰ ਪਤਾ ਲੱਗ ਗਿਆ ਬਾਬਾ ਦੀਪ ਸਿੰਘ ਜੀ ਆ ਗਏ ਨੇ ਤੇ ਉਹਨਾਂ ਦੇ ਨਾਲ ਜੰਗ ਕਰਨ ਲਈ ਜਿਹੜੇ ਤੁਰਕ ਸੀਗੇ ਉਹਨਾਂ ਨੇ ਵੀ ਬਹੁਤ ਭਾਰੀ ਉਹਨਾਂ ਦੇ ਸਰੀਰ, ਉਹਨਾਂ ਦੇ ਸ਼ਸਤਰ ਵਿਦਿਆ ਦਾ ਅਭਿਆਸ, ਤਕਰੀਬਨ ਉਹ ਵੀ ਆਪਣੀ ਫੌਜ ਦੀ ਟੁਕੜੀ ਲੈ ਕੇ 15-20 ਹਜ਼ਾਰ ਜਹਾਨ ਖਾਨ ਲੈ ਕੇ ਬਾਬਾ ਦੀਪ ਸਿੰਘ ਜੀ ਨਾਲ ਅੰਮ੍ਰਿਤਸਰ ਨਗਰ ਤੋਂ ਪਹਿਲਾਂ ਹੀ ਜੰਗ ਕਰਨ ਦਾ ਮਨ ਬਣਾ ਕੇ ਬਹਿ ਗਿਆ। ਤੇ ਬਾਬਾ ਨੌਧ ਸਿੰਘ ਜੀ ਸਭ ਤੋਂ ਪਹਿਲੇ ਸ਼ਹੀਦ ਹੋਏ ਜਿਨ੍ਹਾਂ ਨੇ ਆਪਣੀ ਸ਼ਹਾਦਤ ਚੱਬੇ ਵਿਖੇ ਦਿੱਤੀ। ਬਾਬਾ ਦੀਪ ਸਿੰਘ ਜੀ ਦੇ ਹਜ਼ੂਰੀ ਸਿੰਘ ਸਨ ਬਾਬਾ ਨੌਧ ਸਿੰਘ ਜੀ, ਉਹਨਾਂ ਨੂੰ ਵੀ ਕੋਟਾਨ ਪ੍ਰਣਾਮ ਹੈ ਜਿਨ੍ਹਾਂ ਨੇ ਸ਼ਹਾਦਤ ਦਾ ਜਾਮ ਪੀਤਾ। ਉਪਰੰਤ ਸਿੰਘਾਂ ਦਾ ਉੱਥੇ ਤੁਰਕਾਂ ਦੇ ਨਾਲ ਭਾਰੀ ਜੰਗ ਹੋਇਆ। ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਨੇ ਇੱਕ ਵਾਰੀ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪੁੱਛਿਆ ਸੀ, ਮਹਾਰਾਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਿੰਨੀ ਵੀ ਬਾਣੀ ਹੈ ਉਹ ਸਾਰੀ ਤਤ ਸਰੂਪ ਹੈ, ਸਤ ਸਰੂਪ ਹੈ, ਉਹ ਸਾਰੀ ਹੰਡਾਈ ਬਾਣੀ ਹੈ, ਜੋ ਹੰਡਦੀ ਹੈ ਉਹੀ ਲਿਖੀ ਹੈ। ਪਰ ਪੰਕਤੀ ਆਈ ਹੈ, ਜਿਉਂ ਤੋਂ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਮਹਾਰਾਜ ਇਹ ਬਾਣੀ ਦੇ ਅੰਦਰ ਸਿਰ ਧਰ ਤਲੀ ਗਲੀ ਮੇਰੀ ਆਓ, ਇਹਦੇ ਮਾਇਨੇ ਕੀ ਨੇ? ਬਈ ਸਿਰ ਧਰ ਕੇ ਤਲੀ ਦੇ ਉੱਤੇ ਰੱਖ ਕੇ ਕੋਈ ਕਿਸ ਤਰ੍ਹਾਂ ਆ ਸਕਦਾ? ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ, ਦੀਪ ਸਿੰਘ ਜੀ ਸਮਾਂ ਆਵੇਗਾ ਅਸੀਂ ਇਹ ਪੰਕਤੀਆਂ ਤੁਹਾਡੇ ਤੋਂ ਹੀ ਸੱਤ ਕਰਾ ਕੇ ਦਿਖਾਵਾਂਗੇ। ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਚਨ ਨੂੰ ਸੱਤ ਬਚਨ ਕਹਿ ਕੇ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਤੇ ਅੱਜ ਉਹੀ ਸਮਾਂ ਆ ਬਣਿਆ। ਤਕਰੀਬਨ 50 ਸਾਲ ਪਹਿਲਾਂ ਬਚਨ ਹੋਏ ਸੀ ਜਦੋਂ ਬਾਣੀ
ਕਲਮਾਂ ਦੀ ਸੇਵਾ ਕਰਕੇ ਕਥਾ ਸੁਣਦੇ ਸੀਗੇ। ਅੱਜ 1705 ਤੋਂ ਬਾਅਦ 1757 ਆ ਗਈ ਹੈ। 52 ਸਾਲ ਤੋਂ ਬਾਅਦ ਉਹੀ ਸਮਾਂ ਸਰੀਰ ਤੇ ਹੰਡਣ ਲੱਗਿਆ। ਕਲਗੀਧਰ ਪਾਤਸ਼ਾਹ ਦੇ ਬਚਨ ਸੱਤ ਹੋਣ ਲੱਗੇ ਨੇ। ਜਹਾਨ ਖਾਨ ਘੋੜੇ ਤੇ ਸਵਾਰ ਸੀਗਾ। ਕਲਗੀਧਰ ਪਾਤਸ਼ਾਹ ਮਹਾਰਾਜ ਦਾ ਯੋਧਾ ਸਿੰਘ ਬਾਬਾ ਦੀਪ ਸਿੰਘ, ਸੱਜੇ ਹੱਥ ਦੇ ਅੰਦਰ 18 ਸੇਰ ਦਾ ਖੰਡਾ, ਤੇ ਕਲਗੀਧਰ ਪਾਤਸ਼ਾਹ ਮਹਾਰਾਜ ਦਾ ਬੇਅੰਤ ਭਰੋਸਾ ਹਿਰਦੇ 'ਚ ਲੈ ਕੇ ਮੁਖ ਦੇ ਅੰਦਰ ਜਾਪ ਸਾਹਿਬ ਦੀ ਬਾਣੀ ਪੜ੍ਹਦੇ, ਖੰਡਾ ਧੁੰਦੇ, ਸਿੰਘਾਂ ਦੇ ਨਾਲ ਹੱਲਾ ਮਾਰਦੇ, ਜੰਗ ਦੇ ਅੰਦਰ ਇੱਕ ਵਾਰੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਜੈਕਾਰੇ ਲਗਾਉਂਦੇ, ਸਿੰਘ ਤੁਰਕਾਂ ਦੀਆਂ ਫੌਜਾਂ ਦੇ ਉੱਤੇ ਟੁੱਟ ਪਏ। ਜਦੋਂ ਸਿੰਘਾਂ ਨੇ ਵਾਰ ਕੀਤੇ, ਇੱਕ ਵਾਰੀ ਤੁਰਕਾਂ ਦੀਆਂ ਫੌਜਾਂ ਨੂੰ ਭਾਜਣਾ ਪਈਆਂ। ਪਰ ਜਦੋਂ ਗਿਆਨੀ ਗਿਆਨ ਸਿੰਘ ਉਹਨਾਂ ਨੇ ਲਿਖਿਆ ਜੰਗ ਹੋਇਆ, ਤੇ ਜਿਸ ਦੇ ਨਾਲ ਜੰਗ ਹੋ ਰਿਹਾ ਸੀ ਜਹਾਨ ਖਾਨ, ਉਹਨੇ ਦੇਖਿਆ ਇੱਕ ਬੁੱਢਾ ਬਾਬਾ, ਕਿਉਂਕਿ ਜਹਾਨ ਖਾਨ ਦੀ ਉਮਰ ਸੀ 36 ਸਾਲ, ਬਾਬਾ ਜੀ ਦੀ ਉਮਰ ਸੀ 75 ਸਾਲ, ਤਕਰੀਬਨ ਬਾਬਾ ਜੀ ਤੋਂ ਅੱਧੀ ਉਮਰ ਦਾ ਸੀ ਜਿਹੜਾ ਮੁਗਲ ਸੀ। ਬੜਾ ਯੋਧਾ ਸੀਗਾ, 7 ਫੁੱਟ ਦਾ ਜਵਾਨ। ਉਹਨੇ ਹਾਥੀ ਦੇ ਉੱਤੇ ਚੜ੍ਹ ਕੇ ਸਾਰਾ ਜੰਗ ਦਾ ਨਜ਼ਾਰਾ ਦੇਖਿਆ ਤੇ ਦੇਖਿਆ ਇੱਕ ਬਜ਼ੁਰਗ ਬਾਬਾ ਦੇ ਹੱਥ 'ਚ ਖੰਡਾ ਹੈ, ਅੱਖਾਂ ਦੇ ਅੰਦਰ ਲਾਲੀ ਹੈ, ਜੰਗ ਦੇ ਅੰਦਰ ਰੁਕਣ ਦਾ ਨਾਮ ਨਹੀਂ ਲੈ ਰਿਹਾ। ਤੇ ਸਭ ਤੋਂ ਪਹਿਲਾਂ ਕਿਉਂ ਨਾ ਉਹਦੇ ਨਾਲ ਜੰਗ ਕੀਤਾ ਜਾਵੇ। ਜਹਾਨ ਖਾਨ ਹਾਥੀ ਤੋਂ ਉਤਰ ਕੇ ਘੋੜੇ ਤੇ ਆਇਆ, ਆਪਣੇ ਖੰਡੇ ਨੂੰ, ਕਿਰਪਾਨ ਨੂੰ ਹੱਥ ਪਾਇਆ। ਉਧਰੋਂ ਬਾਬਾ ਦੀਪ ਸਿੰਘ ਜੀ ਵੀ ਘੋੜੇ ਤੇ ਤੇਜ਼ੀ ਨਾਲ ਰਵਾਨਾ ਹੁੰਦੇ ਹੋਏ ਜਹਾਨ ਖਾਨ ਦੇ ਸਾਹਮਣੇ ਆਏ। ਘੋੜਾ 2 ਕਦਮ ਪਿੱਛੇ ਕਰਕੇ ਤੇਜ਼ੀ ਨਾਲ ਦੌੜਾਇਆ। ਉਧਰੋਂ ਜਹਾਨ ਖਾਨ ਨੇ ਵੀ ਆਪਣਾ ਘੋੜਾ ਦੌੜਾਇਆ। ਦੋਨਾਂ ਨੇ ਇੰਨਾ ਭਰਵਾਂ ਮਾਰ ਮਾਰਿਆ, ਦੋਨਾਂ ਦੇ ਸੀਸ, ਜਹਾਨ ਖਾਨ ਦਾ, ਬਾਬਾ ਦੀਪ ਸਿੰਘ ਜੀ ਦਾ, ਦੋਨਾਂ ਦੇ ਸੀਸ ਧੜ ਤੋਂ ਅਲੱਗ ਹੋ ਗਏ। ਖੂਨ ਦੇ ਫੁਹਾਰੇ ਛੁੱਟਣ ਲੱਗ ਪਏ ਦੋਨੋਂ ਯੋਧਿਆਂ ਦੇ ਸਿਰ ਚੋਂ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਅਤ ਪ੍ਰੇਮੀ ਸਿੰਘ ਜਦੋਂ ਸ਼ਹੀਦ ਹੋਇਆ, ਬਾਬਾ ਲੱਖਾ ਸਿੰਘ ਜੀ ਬੋਲੇ, ਬਾਬਾ ਜੀ ਦੇ ਧੜ ਨੂੰ ਜਿਹੜਾ ਸਿਸਕ ਰਿਹਾ ਸੀ, ਬਾਬਾ ਜੀ ਆਪ ਜੀ ਪ੍ਰਣ ਕਰਕੇ ਆਏ ਹੋ, ਜਿਹੜਾ ਆਪਣਾ ਸੀਸ ਹੈ ਉਹ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਸ਼੍ਰੀ ਅੰਮ੍ਰਿਤਸਰ ਸਾਹਿਬ ਭੇਟਾ ਕਰੋਗੇ। ਇੰਨਾ ਬਚਨ ਬਾਬਾ ਲੱਖਾ ਸਿੰਘ ਨੇ ਬੋਲਿਆ। ਸਿੰਘਾਂ ਨੇ ਜਕਾਰੇ ਲਗਾ ਦਿੱਤੇ ਰਣ ਭੂਮੀ ਦੇ ਅੰਦਰ। ਬਾਬਾ ਦੀਪ ਸਿੰਘ ਜੀ ਦਾ ਧੜ ਖੜਾ ਹੋ ਗਿਆ ਤੇ ਖੱਬੀ ਤਲੀ ਦੇ ਉੱਤੇ ਬਾਬਾ ਦੀਪ ਸਿੰਘ ਜੀ ਨੇ ਆਪਣਾ ਸੀਸ ਟਿਕਾ ਲਿਆ। ਸੱਜੇ ਹੱਥ ਦੇ ਅੰਦਰ ਖੰਡਾ ਲੈ ਕੇ ਦੁਬਾਰਾ ਜੰਗ ਸ਼ੁਰੂ ਕਰ ਦਿੱਤਾ। ਜਦੋਂ ਇਹ ਗੱਲ ਤੁਰਕਾਂ ਨੇ ਦੇਖੀ, ਤੁਰਕਾਂ ਨੇ ਮੂੰਹ ਦੇ ਅੰਦਰ ਉਂਗਲਾਂ ਪਾ ਲਈਆਂ, ਬਈ ਸਾਡੀ ਫੌਜ ਦਾ ਜਿਹੜਾ ਚੌਰਬਰਦਾਰ ਹੈ, ਸਾਡਾ ਜਿਹੜਾ ਫੌਜੀ ਹੈ, ਮੇਨ ਸਿੱਪੇ ਸਲਾਰ ਹੈ ਜਹਾਨ ਖਾਨ, ਉਹ ਤਾਂ ਮਾਰਿਆ ਗਿਆ। ਤੇ ਸਿੰਘ ਜਿਹੜੇ ਨੇ ਉਹ ਬਿਨਾਂ ਵੀ ਸੀਸ ਤੋਂ ਲੜ ਰਹੇ ਨੇ। ਕਮਾਲ ਹੈ ਸਿੰਘਾਂ ਦਾ ਜਜ਼ਬਾ। ਕੀ ਆਬੇ ਹਯਾਤ ਗੁਰੂ ਗੋਬਿੰਦ ਸਿੰਘ ਨੇ ਇਹਨਾਂ ਨੂੰ ਪਿਆਇਆ ਹੈ, ਜਿਹੜੇ ਬਾਬਾ ਦੀਪ ਸਿੰਘ ਜੀ ਬਿਨਾਂ ਸੀਸ ਤੋਂ ਲੜ ਰਹੇ ਨੇ ਜੰਗ ਦੇ ਅੰਦਰ। ਖਾਲਸਾ ਜੀ ਇਹ ਕੋਈ ਆਖ ਕਥਨੀ ਨਹੀਂ। ਕਲਗੀਧਰ ਪਾਤਸ਼ਾਹ ਮਹਾਰਾਜ ਨੇ ਜੋ ਗੁਰਬਾਣੀ ਲਿਖਾਂਦੇ ਬਚਨ ਕਹੇ ਸਨ, ਉਹ ਸੱਤ ਹੋ ਰਹੇ ਨੇ। ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਬਚਨ ਸੱਤ ਹੋਇਆ। ਬਾਬਾ ਦੀਪ ਸਿੰਘ ਜੀ ਉਧਰੋਂ ਫਿਰ ਸੀਸ ਲੈ ਕੇ ਆਪਣਾ ਖੰਡਾ ਵਾਂਦੇ ਹੋਏ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਸ਼੍ਰੀ ਦਰਬਾਰ ਸਾਹਿਬ ਵਿਖੇ ਪਹੁੰਚੇ, ਜਿੱਥੇ ਖਾਲਸਾ ਜੀ ਜਦੋਂ ਅਸੀਂ ਚਾਟੀਵਿੰਡ ਗੇਟ ਵੱਲ ਜੋ ਜਾਈਏ ਤਾਂ ਜਿੱਥੇ ਬਾਬਾ ਦੀਪ ਸਿੰਘ ਜੀ ਦੀ ਸਮਾਧ ਬਣੀ ਹੋਈ ਹੈ, ਜਿੱਥੇ ਬਾਬਾ ਦੀਪ ਸਿੰਘ ਜੀ ਨੇ ਆਪਣਾ ਸੀਸ ਪਰਿਕਰਮਾ ਦੇ ਅੰਦਰ ਰੱਖਿਆ, ਉਹ ਖਾਲਸਾ ਜੀ ਅੱਜ ਵਾਲਾ ਪਾਵਨ ਪਵਿੱਤਰ ਦਿਹਾੜਾ ਹੈ। ਜਦੋਂ ਬਾਬਾ ਦੀਪ ਸਿੰਘ ਜੀ ਨੇ ਆਪਣਾ ਸੀਸ ਪਰਿਕਰਮਾ ਦੇ ਅੰਦਰ ਰੱਖ ਕੇ ਤੇ ਸਾਹਮਣੇ ਬਾਬਾ ਬੁੱਢਾ ਜੀ ਦੀ ਬੇਰੀ ਹੈ। ਖਾਲਸਾ ਜੀ ਧੰਨ ਹੈ ਗੁਰੂ ਰਾਮਦਾਸ ਮਹਾਰਾਜ ਜੀ ਦਾ ਅਸਥਾਨ, ਵਿੱਚ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ, ਤੇ ਇੱਕ ਪਾਸੇ ਬਾਬਾ ਦੀਪ ਸਿੰਘ ਸ਼ਹੀਦ ਜਿਹੜੇ ਬ੍ਰਹਮਚਾਰੀ ਬ੍ਰਹਮ ਗਿਆਨੀ ਸਿੱਖ, ਤੇ ਦੂਸਰੇ ਪਾਸੇ ਗੁਰੂ ਘਰ ਦੇ ਮਹਾਨ ਗ੍ਰੰਥੀ ਧੰਨ ਧੰਨ ਬਾਬਾ ਬੁੱਢਾ ਜੀ, ਉਹਨਾਂ ਦੀ ਬੇਰੀ ਹੈ। ਤੇ ਦੂਸਰੇ ਪਾਸੇ ਬਾਬਾ ਦੀਪ ਸਿੰਘ ਜੀ ਨੇ ਆਪਣਾ ਸੀਸ ਪਰਿਕਰਮਾ 'ਚ ਭੇਟਾ ਕਰ ਦਿੱਤਾ। ਖਾਲਸਾ ਜੀ ਉੱਥੇ ਫਿਰ ਬਦਲਾ ਲਿਆ ਜਹਾਨ ਖਾਨ ਨੂੰ ਮਾਰ ਕੇ। ਧੰਨ ਧੰਨ ਬਾਬਾ ਦੀਪ ਸਿੰਘ ਜੀ ਨੇ ਗੁਰੂ ਰਾਮਦਾਸ ਮਹਾਰਾਜ ਜੀ ਦਾ ਜੋ ਸਰੋਵਰ ਪੂਰਿਆ ਗਿਆ ਸੀਗਾ, ਉਹਦੀ ਜਿਹੜੀ ਬੇਦਬੀ ਸੀਗੀ ਉਹ ਰੋਕ ਦਿੱਤੀ।
ਧੰਨ ਬਾਬਾ ਦੀਪ ਸਿੰਘ ਜੀ ਦੀ ਇਹ ਮਹਾਨ ਕੁਰਬਾਨੀ ਦੇਖ ਕੇ ਸਾਰੇ ਸਿੰਘਾਂ ਦਾ ਸੀਸ ਝੁਕ ਗਿਆ। ਕਿਉਂਕਿ ਖਾਲਸਾ ਜੀ ਬਾਬਾ ਦੀਪ ਸਿੰਘ ਜੀ ਦੇ ਕੁਝ ਸਥਾਨ ਨੇ, ਜਦੋਂ ਬਾਬਾ ਦੀਪ ਸਿੰਘ ਜੀ ਨੇ ਅਰਦਾਸ ਕਰੀ ਸੀ ਸਾਬੋ ਕੀ ਤਲਵੰਡੀ ਵਿਖੇ, ਤਾਂ ਬਾਬਾ ਦੀਪ ਸਿੰਘ ਜੀ ਜਦੋਂ ਪੰਜਾਬ ਦੀ ਧਰਤੀ ਤੇ ਪਹੁੰਚੇ, ਇੱਕ ਗੁਰਦੁਆਰਾ ਲਕੀਰ ਸਾਹਿਬ, ਜਿੱਥੇ ਬਾਬਾ ਦੀਪ ਸਿੰਘ ਜੀ ਨੇ ਲਕੀਰ ਲਵਾ ਦਿੱਤੀ ਸੀ, ਤਾਂ ਕਿਹਾ ਸੀ ਸਿੰਘੋ ਹੁਣ ਇੱਥੇ ਅਸੀਂ ਲਕੀਰ ਲਗਾ ਦਿੱਤੀ ਹੈ, ਜਿਹੜਾ ਇਸ ਲਕੀਰ ਨੂੰ ਪਾਰ ਕਰੇਗਾ, ਇਹ ਗੱਲ ਯਾਦ ਰੱਖਣਾ, ਉਸ ਨੂੰ ਸ਼ਹਾਦਤ ਦਾ ਜਾਮ ਪੀਣਾ ਪਵੇਗਾ। ਜਿਸ ਨੂੰ ਸ਼ਹਾਦਤ ਪ੍ਰਵਾਨ ਹੈ ਉਹੀ ਇਸ ਲਕੀਰ ਨੂੰ ਪਾਰ ਕਰੇ। ਸੂਰਬੀਰ ਬਚਨ ਕੇ ਬਲੀ ਬਾਬਾ ਦੀਪ ਸਿੰਘ ਜੀ ਨੇ ਜਦੋਂ ਲਕੀਰ ਲਗਾਈ, ਉਸ ਤੋਂ ਬਾਅਦ ਖਾਲਸਾ ਜੀ ਬਚਨ ਹੈ 5000 ਦੇ 5000 ਸਿੰਘਾਂ ਨੇ ਉਹ ਲਕੀਰ ਟੱਪ ਲਈ ਸੀ ਕਿ ਆ ਬਾਬਾ ਦੀਪ ਸਿੰਘ ਜੀ ਜਿਉਣਾ ਤੇ ਮਰਨਾ ਹੁਣ ਤੁਹਾਡੇ ਨਾਲ ਹੈ। ਕਿਉਂਕਿ ਖਾਲਸਾ ਜੀ 1757 ਦੇ ਅੰਦਰ ਕੇਵਲ ਕਲਗੀਧਰ ਪਾਤਸ਼ਾਹ ਦੇ ਜਿਨ੍ਹਾਂ ਨੇ ਦਰਸ਼ਨ ਕੀਤੇ ਸੀਗੇ, ਉਹਨਾਂ ਦੇ ਅੰਦਰੋਂ ਜੋ ਜਾਣਨੇ ਵਾਲੇ ਸਿੰਘਾਂ ਚੋਂ, ਚੜ੍ਹਦੀ ਕਲਾ ਵਾਲੇ ਸਿੰਘਾਂ ਚੋਂ ਬਾਬਾ ਦੀਪ ਸਿੰਘ ਜੀ ਸਨ। ਹੋਰ ਜਿਹੜੇ ਸਿੰਘ ਸਨ, ਬਾਬਾ ਨੌਜ ਸਿੰਘ ਜੀ, ਉਹ ਵੀ ਸ਼ਹੀਦ ਹੋ ਗਏ ਸਨ। ਹੁਣ ਕਲਗੀਧਰ ਪਾਤਸ਼ਾਹ ਦੇ ਜਿਨ੍ਹਾਂ ਨੇ ਦਰਸ਼ਨ ਕੀਤੇ ਸਨ, ਉਹ ਬਾਬਾ ਦੀਪ ਸਿੰਘ ਜੀ ਸਨ। ਬਾਬਾ ਦੀਪ ਸਿੰਘ ਜੀ ਦਾ ਇੰਨਾ ਭਰੋਸਾ ਸਿੰਘਾਂ ਦੇ ਹਿਰਦੇ ਵਿੱਚ ਸੀਗਾ, ਉਹਨਾਂ ਦੇ ਇੱਕ ਬਚਨਾਂ ਦੇ ਉੱਤੇ ਜਾਨ ਦੇਣ ਨੂੰ ਤਿਆਰ ਹੋ ਜਾਂਦੇ ਸੀ। ਕਿਉਂਕਿ ਖਾਲਸਾ ਜੀ ਪਹਿਲਾਂ ਇਹ ਬਚਨ ਬਹੁਤ ਮੰਨਿਆ ਜਾਂਦਾ ਸੀ, ਜਿਨਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕਰੇ ਹੋਣ ਨਾ ਸਿੰਘ ਨੇ, ਉਹਦੇ ਨਾਲ ਬਹੁਤ ਅਦਬ ਤੇ ਸਤਿਕਾਰ ਨਾਲ ਬੋਲਿਆ ਜਾਂਦਾ ਸੀ। ਮਹਾਰਾਜਾ ਰਣਜੀਤ ਸਿੰਘ ਨੇ ਇੱਕ ਵਾਰੀ ਆਪਣੇ ਭਰੇ ਦਰਬਾਰ ਦੇ ਅੰਦਰ ਇਹ ਨਗਾਰਾ ਵਜਵਾ ਕੇ ਕਿਹਾ ਵੀ ਜਿਨਨੇ ਕਲਗੀਧਰ ਪਾਤਸ਼ਾਹ ਦੇ ਦਰਸ਼ਨ ਕੀਤੇ ਨੇ, ਉਹ ਸਿੰਘ ਸਾਨੂੰ ਜ਼ਰੂਰ ਆ ਕੇ ਮਿਲੇ। ਕਲਗੀਧਰ ਪਾਤਸ਼ਾਹ ਮਹਾਰਾਜ ਦੇ ਜਿਸ ਵੀ ਸਿੰਘ ਨੇ ਦਰਸ਼ਨ ਬੀਬੀ ਨੇ ਕੀਤੇ ਹੋਣਾ ਆਏ। ਇੱਕ ਬਜ਼ੁਰਗ ਬਾਬਾ ਦਰਬਾਰ ਦੇ ਅੰਦਰ ਆਇਆ, ਉਸਨੇ ਕਿਹਾ ਮਹਾਰਾਜਾ ਸਾਹਿਬ, ਤਦ ਮੈਂ 4 ਸਾਲ ਦਾ ਸੀ ਜਦ ਮੇਰੇ ਮਾਤਾ ਪਿਤਾ ਮੈਨੂੰ ਗੋਦੀ ਚੱਕ ਕੇ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਕਰਾਉਣ ਲੈ ਕੇ ਗਏ ਸਨ। ਕਹਿੰਦੇ ਵੈਸੇ ਤੇ 4 ਸਾਲ ਦੇ ਬੱਚੇ ਨੂੰ ਹੋਸ਼ ਨਹੀਂ ਹੁੰਦੀ, ਪਰ ਪਤਾ ਨਹੀਂ ਉਹ ਕੀ ਜ਼ਲਾਲੀ ਨੂਰ ਸੀਗਾ ਤਖਤ ਤੇ ਬੈਠਾ। ਕਹਿੰਦੇ ਅੱਜ ਤੱਕ ਇੰਨਾ ਸੁੰਦਰ ਸਰੂਪ ਮੈਂ ਨਹੀਂ ਦੇਖਿਆ ਜੋ ਮੈਨੂੰ ਉੱਥੇ ਜਾ ਕੇ ਦਰਸ਼ਨਾਂ ਦੀ ਠੰਡ ਪਈ। ਮਹਾਰਾਜਾ ਸਾਹਿਬ ਜੋ ਕਿ ਪੂਰੇ ਹਿੰਦੁਸਤਾਨ, ਅਫਗਾਨਿਸਤਾਨ, ਤੁਰਕਿਸਤਾਨ ਸਭ ਜਗ੍ਹਾ ਮਹਾਰਾਜੇ ਦਾ ਰਾਜ ਸੀਗਾ, ਆਪਣੇ ਤਖਤ ਤੋਂ ਆ ਕੇ ਉੱਠ ਕੇ ਉਸ ਬਜ਼ੁਰਗ ਬਾਬੇ ਦੇ ਚਰਨਾਂ ਤੇ ਸੀਸ ਰੱਖ ਦਿੱਤਾ। ਕਿਹਾ ਤੁਸੀਂ ਸਾਡੇ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਕੀਤੇ ਨੇ, ਸੋਨਿਆਂ ਦੇ ਨਾਲ ਤੋਲ ਦਿੱਤਾ। ਕਿਹਾ ਤੁਸੀਂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਇਹ ਨੇਤਰਾਂ ਨਾਲ ਦਰਸ਼ਨ ਕੀਤੇ ਨੇ। ਸੋ ਰਹੋ ਵਿਚਾਰ, ਧੰਨ ਬਾਬਾ ਦੀਪ ਸਿੰਘ ਜੀ ਉਹਨਾਂ ਸਿੰਘਾਂ ਚੋਂ ਸਨ ਜਿਨ੍ਹਾਂ ਨੇ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਹੱਥ ਤੋਂ ਖੰਡੇ ਬਾਟੇ ਦੀ ਪਾਹੁਲ ਲਈ ਸੀ। ਸੋ ਖਾਲਸਾ ਜੀ ਇੱਕ ਲਕੀਰ ਸਾਹਿਬ ਗੁਰਦੁਆਰਾ ਸਾਹਿਬ ਹੈ, ਤੇ ਜਿੱਥੇ ਬਾਬਾ ਜੀ ਦਾ ਸੀਸ ਉਤਰਿਆ ਉਹ ਗੁਰਦੁਆਰਾ ਟਾਹਲਾ ਸਾਹਿਬ ਹੈ। ਉਸ ਤੋਂ ਉਪਰੰਤ ਜਿੱਥੇ ਬਾਬਾ ਦੀਪ ਸਿੰਘ ਜੀ ਨੇ ਆਪਣਾ ਸੀਸ ਪ੍ਰਕਰਮਾਂ ਦੇ ਅੰਦਰ ਭੇਟਾ ਕੀਤਾ, ਉਹ ਸਥਾਨ ਜਦੋਂ ਗੁਰੂ ਰਾਮਦਾਸ ਮਹਾਰਾਜ ਦੇ ਸਥਾਨ ਤੇ ਅਸੀਂ ਸਾਰੇ ਜਾਣੇ ਆ, ਕੋਈ ਵੀ ਗੁਰੂ ਕਾ ਐਸਾ ਸਿੱਖ ਨਹੀਂ ਖਾਲਸਾ ਜੀ ਜੋ ਉੱਥੇ ਨਤਮਸਤਕ ਨਹੀਂ ਹੁੰਦਾ। ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ। ਕੋਈ ਵੀ ਕਿਸੇ ਨੂੰ ਪੁੱਛੀਏ ਨਾ ਕਿਹੜੇ ਬਾਬਾ ਜੀ ਦਾ ਸੀਸ ਉਤਰਿਆ ਸੀ ਤਲੀ ਤੇ ਧਰ ਕੇ, ਹੱਥ ਲੜੇ ਸਨ ਖੰਡਾ 18 ਸੇਰ ਦਾ ਲੈ ਕੇ, ਬੱਚਾ ਬੱਚਾ ਬੋਲਦਾ ਹੈ ਧੰਨ ਧੰਨ ਬਾਬਾ ਦੀਪ ਸਿੰਘ ਜੀ, ਧੰਨ ਧੰਨ ਬਾਬਾ ਦੀਪ ਸਿੰਘ ਜੀ। ਜਿੰਨੀ ਤੁਧ ਨੂੰ ਧੰਨ ਕਿਹਾ ਤਿੰਨ ਜਮ ਨੇੜ ਨਾ ਆਇਆ। ਜਿਨ੍ਹਾਂ ਨੇ ਬਾਬਾ ਦੀਪ ਸਿੰਘ ਜੀ ਨੂੰ ਵੀ ਧੰਨ ਕਿਹਾ ਨਾ, ਉਹਨਾਂ ਨੂੰ ਵੀ ਜਮ ਨੇੜੇ ਨਹੀਂ ਆ ਸਕਦਾ ਖਾਲਸਾ ਜੀ। ਸੋ ਬਾਬਾ ਦੀਪ ਸਿੰਘ ਜੀ ਦੇ ਜਦੋਂ ਸੀਸ ਭੇਟਾ ਹੋਇਆ ਉਹ ਸਥਾਨ, ਜਦੋਂ ਖਾਲਸਾ ਜੀ 1984 ਦੇ ਅੰਦਰ ਪਾਪਣ ਇੰਦਰਾ ਨੇ ਟੈਂਕਾਂ ਦੀ ਫੌਜ ਚੜਾਈ ਸੀਗੀ, ਇਹ ਜਨਰਲ ਵੈਦਿਆ ਨੇ ਆਪਣੀ ਕਿਤਾਬ ਦੇ ਅੰਦਰ ਵੀ ਲਿਖਿਆ, ਕਹਿੰਦਾ ਅਸੀਂ ਇੱਕ ਦੀਪ ਸਿੰਘ ਨਾਮਕ ਸਥਾਨ ਦੇ ਉੱਤੇ ਸਾਡੇ ਤੋਪਾਂ ਦੇ ਜਿਹੜੇ ਮੂੰਹ ਸੀਗੇ ਉਹ ਥੱਲੇ ਨੂੰ ਝੁਕ ਜਾਂਦੇ ਸੀਗੇ। ਉਸ ਤੋਂ ਗਾਹਾਂ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਪਹਿਰਾ ਐਸਾ ਸੀ, ਉਸ ਤੋਂ ਗਾਹਾਂ ਤੋਪਾਂ ਵੀ ਨਹੀਂ ਗਈਆਂ। ਇਹ ਗੱਲ ਆਪ ਤੁਰਕਾਂ ਨੇ ਮੰਨੀ ਹੈ। ਤੁਸੀਂ ਪੁਰਾਣੀ ਫੋਟੋਆਂ ਦੇਖ ਲਓ, ਕੋਈ ਵੀ ਫੋਟੋ ਦੇ ਅੰਦਰ ਟੈਂਕ ਦੇ ਗੋਲੇ ਦੇ ਤੁਹਾਨੂੰ ਲੱਗੇ ਦਿਖ ਜਾਣਗੇ, ਪਰ ਕੋਈ ਵੀ ਟੈਂਕ ਅਕਾਲ ਤਖਤ ਸਾਹਿਬ ਦੇ ਅੰਦਰ ਨਹੀਂ ਮਿਲਿਆ, ਕਿਉਂਕਿ ਬਾਬਾ ਦੀਪ ਸਿੰਘ ਜੀ ਵਾਲੇ ਸਥਾਨ ਤੋਂ ਅੱਗੇ ਟੈਂਕ ਆ ਹੀ ਨਹੀਂ ਸਕੇ। ਟੈਂਕਾਂ ਦੇ ਮੂੰਹ ਥੱਲੇ ਧੱਸ ਜਾਂਦੇ ਸੀਗੇ, ਇੰਨਾ ਸ਼ਹੀਦੀ ਪਹਿਰਾ ਸੀਗਾ। ਰਹੋ ਵਿਚਾਰ, ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜੋ
ਫਿਰ ਥੱਲੇ ਸੀਸ ਦਾ ਸੰਸਕਾਰ ਉਹ ਗੁਰਦੁਆਰਾ ਰਾਮਸਰ ਦੇ ਨਾਲ ਬਿਲਕੁਲ ਜਿੱਥੇ ਬਾਬਾ ਜੀ ਦਾ ਸ਼ਹੀਦੀ ਅਸਥਾਨ ਹੈ ਉੱਥੇ ਕੀਤਾ ਗਿਆ, ਜਿੱਥੇ ਖਾਲਸਾ ਜੀ ਅੰਮ੍ਰਿਤ ਵੇਲੇ ਅੱਜ ਵੀ ਅਰਦਾਸ ਕਰਾ ਕੇ ਦੇਸੀ ਘਿਓ ਦੀ ਜੋਤ ਦੇ ਅੱਗੇ ਅਰਦਾਸ ਤੁਸੀਂ ਕੋਈ ਵੀ ਕਰ ਲਓ, ਪ੍ਰਤੱਖ ਰੂਪ 'ਚ ਪੂਰੀ ਹੁੰਦੀ ਹੈ। ਅੱਜ ਜਿਹੜੇ ਚੁੰਚ ਗਿਆਨੀ ਨੇ ਉਹ ਕਹਿਣ ਲੱਗ ਪਏ ਨੇ, ਜੋਤਾਂ ਦੇ ਉੱਤੇ ਕਿੰਤੂ ਪਰੰਤੂ ਕਰਨ ਲੱਗ ਪਏ ਨੇ, ਪਰ ਖਾਲਸਾ ਜੀ ਗੁਰੂ ਦੀਆਂ ਜੋਤਾਂ ਜਲਾਉਣ ਦੇ ਲਈ ਪਹਿਲੇ ਸਿੰਘ ਜਦੋਂ ਤੁਰਕਨਾ ਹਰਿਮੰਦਰ ਸਾਹਿਬ ਦੇ ਅੰਦਰ ਪਹਿਰਾ ਲਾ ਲੈਂਦੇ ਸਨ ਤੇ ਸਰੋਵਰ ਦੀ ਬੇਦਬੀ ਕਰਦੇ ਸਨ, ਇੱਕ ਸਿੰਘ ਰੋਜ਼ ਦਰਬਾਰ ਸਾਹਿਬ ਦੇ ਅੰਦਰੋਂ ਪਾਣੀ ਦੇ ਅੰਦਰੋਂ ਹੁੰਦਾ ਹੋਇਆ ਜਾ ਕੇ ਜਦੋਂ ਜੋਤ ਜਗਾਉਂਦਾ ਸੀ, ਤੁਰਕ ਬਾਬੇ ਬੁੱਢੇ ਬੇਰੀਏ ਸਥਾਨ ਤੋਂ ਗੋਲੀ ਮਾਰ ਕੇ ਉਹਨੂੰ ਮਾਰ ਦਿੰਦੇ ਸਨ, ਸ਼ਹੀਦ ਕਰ ਦਿੰਦੇ ਸਨ। ਪਰ ਉਹ ਕਹਿੰਦੇ ਸੀ ਗੁਰੂ ਰਾਮਦਾਸ ਮਹਾਰਾਜ ਦੇ ਦਰ ਤੇ ਜੋਤ ਜਲਣੀ ਚਾਹੀਦੀ ਹੈ, ਜੋਤ ਨਹੀਂ ਬੁਝਣੀ ਚਾਹੀਦੀ। ਇੱਕ ਸਿੰਘ ਰੋਜ਼ ਸ਼ਹੀਦੀ ਦੇਣ ਜਾਂਦਾ ਸੀ, ਉਹਨਾਂ 'ਚ ਕਿੰਨਾ ਜਜ਼ਬਾ ਸੀਗਾ, ਪਰ ਉਹਨਾਂ ਨੇ ਗੁਰੂ ਕੀ ਜੋਤਾਂ ਜਗਾਉਣ ਲਈ ਆਪਣੀ ਜਾਨ ਦੇ ਦਿੱਤੀ। ਅੱਜ ਚੁੰਚ ਗਿਆਨੀ ਕਹਿੰਦੇ ਗੁਰਦੁਆਰਿਆਂ ਦੇ ਅੰਦਰ ਜੋਤ ਦੀ ਤਾਂ ਲੋੜ ਨਹੀਂ, ਹੁਣ ਬਿਜਲੀ ਆ ਗਈ ਹੈ, ਬਈ ਹੁਣ ਜੋਤਾਂ ਦੀ ਕੀ ਲੋੜ ਹੈ। ਖਾਲਸਾ ਜੀ ਜਿਹੜਾ ਜੋਤ ਦਾ ਪ੍ਰਕਰਨ ਹੈ ਉਹ ਫੇਰ ਕਿਸ ਦਿਨ ਕਰਾਂਗੇ, ਉਹਦੀ ਕਿਉਂ ਮਹਾਨ ਮਹੱਤਵਤਾ ਹੈ, ਬਈ ਜਿਹੜੀ ਜੋਤ ਕਿਉਂ ਜਗਣੀ ਚਾਹੀਦੀ ਹੈ। ਜੋਤ ਪਵਿੱਤਰਤਾ ਦਾ ਪ੍ਰਤੀਕ ਹੈ। ਕਾਪੜ ਪਤ ਪਰਮੇਸ਼ਵਰ ਰਾਖੀ ਭੋਜਨ ਕੀਰਤਨ ਨੀਤ। ਮਹਾਰਾਜ ਨੇ ਕਿਹਾ ਵੀ ਜਿਹੜਾ ਭੋਜਨ ਹੈ ਨਾ ਮਨ ਦਾ ਉਹ ਕੀਰਤਨ ਹੈ, ਪਰ ਜੇ ਪਿੱਤਰਾਂ ਦੀ ਜਿਹੜੀ ਸਾਡੇ ਪਿੱਤਰ ਨੇ ਉਹਨਾਂ ਨੂੰ ਜਦੋਂ ਵੀ ਅਸੀਂ ਕੋਈ ਉਹਨਾਂ ਨੂੰ ਆਪਣੀ ਭਗਤੀ ਦਾ ਅੰਸ਼ ਦੇਣਾ ਹੈ ਤਾਂ ਦੇਸੀ ਘਿਓ ਦੀ ਜੋਤ ਜਗਣੀ ਬਹੁਤ ਜ਼ਰੂਰੀ ਹੈ। ਜਦੋਂ ਅਸੀਂ ਕਿਸੇ ਬਜ਼ੁਰਗਾਂ ਦੇ ਪ੍ਰਥਾਏ ਅਖੰਡ ਪਾਠ ਸਾਹਿਬ ਰੱਖੀਏ ਤਾਂ ਦੇਸੀ ਘਿਓ ਦੀ ਜੋਤ ਦਾ ਹੋਣਾ ਬਹੁਤ ਜ਼ਰੂਰੀ ਹੈ। ਸੋ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜੋ ਸ਼ੀਸ਼ ਦਾ ਸੰਸਕਾਰ ਤੇ ਧੜ ਦਾ ਸੰਸਕਾਰ ਗੁਰਦੁਆਰਾ ਸ਼ਹੀਦਗੰਜ ਸਾਹਿਬ ਵਿਖੇ ਰਾਮਸਰ, ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਭਾਈ ਗੁਰਦਾਸ ਜੀ ਤੋਂ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਨੇ ਲਿਖਵਾਇਆ, ਉਹਦੇ ਸੱਜੇ ਪਾਸੇ ਬਾਬਾ ਦੀਪ ਸਿੰਘ ਜੀ ਦੇ ਜਿਹੜੇ ਸਰੀਰ ਦਾ ਤੇ ਧੜ ਦਾ ਸੰਸਕਾਰ ਉਸ ਸਥਾਨ ਤੇ ਹੋਇਆ। ਤੇ ਪਹੂਵਿੰਡ ਵਿਖੇ ਬਾਬਾ ਜੀ ਦਾ ਅੰਮ੍ਰਿਤਸਰ ਸਾਹਿਬ ਹੀ ਉਹ ਮਹਾਰਾਜ ਜੀ ਦਾ ਜਨਮ ਸਥਾਨ ਹੈ। 1757 11 ਨਵੰਬਰ ਨੂੰ ਬਾਬਾ ਦੀਪ ਸਿੰਘ ਜੀ ਅਕਾਲੀ ਜੋਤ ਆਪਣੀ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਚਰਨਾਂ 'ਚ ਭੇਟਾ ਕੀਤੀ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਵਿਸ਼ੇਸ਼ ਕਿਰਪਾ ਸੀਗੀ। ਖਾਲਸਾ ਜੀ 4 ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲਿਖ ਲੈਣੇ, 11 ਸਾਲ ਅਟੁੱਟ ਸੇਵਾ ਕੀਤੀ, ਬਹੁਤ ਭਾਰੀ ਸੇਵਾ ਹੈ। ਧੰਨ ਲਿਖਾਰੀ ਨਾਨਕਾ, ਧੰਨ ਨੇ ਬਾਬਾ ਦੀਪ ਸਿੰਘ ਜੀ, ਧੰਨ ਨੇ ਬਾਬਾ ਦੀਪ ਸਿੰਘ ਜੀ 75 ਸਾਲ ਦੀ ਉਮਰ ਦੇ ਅੰਦਰ ਖੰਡਾ ਵਾਇਆ, ਆਪਣੀ ਸ਼ਹਾਦਤ ਦੇ ਦਿੱਤੀ। ਦੋਨੋਂ ਸੇਵਾਵਾਂ ਨਿਭਾਈਆਂ ਨੇ, ਸ਼ਾਸਤਰ ਦੀ ਤੇ ਸ਼ਸਤਰ ਦੀ। ਸ਼ਸਤਰ ਦੀ ਸੇਵਾ ਮੁਕੰਮਲ ਕਿਸ ਤਰ੍ਹਾਂ ਕੀਤੀ, ਆਪਣਾ ਸੀਸ ਤਲੀ ਤੇ ਰੱਖ ਕੇ ਗੁਰੂ ਰਾਮਦਾਸ ਜੀ ਨੂੰ ਭੇਟਾ ਕਰਨ ਗਏ, ਬੇਦਬੀ ਦਾ ਬਦਲਾ ਲਿਆ। ਤੇ ਸ਼ਾਸਤਰ ਦੀ ਸੇਵਾ ਕਿਸ ਤਰ੍ਹਾਂ ਕੀਤੀ, ਬੇਅੰਤ ਸਿੰਘਾਂ ਨੂੰ ਗੁਰਬਾਣੀ ਪੜ੍ਹਾ ਕੇ ਦਮਦਮੀ ਟਕਸਾਲ ਦੀ ਸਥਾਪਨਾ ਕੀਤੀ ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਲਿਖਾਏ। ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ। ਸੂਰਾ ਸੋ ਪਹਿਚਾਨੀਐ ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਭੂ ਨਾ ਛਾੜੈ ਖੇਤ। ਉਨ ਸੂਰਮਿਆਂ ਨੇ ਕਦੇ ਖੇਤ ਨਹੀਂ ਛੱਡਿਆ, ਜੰਗ ਦਾ ਮੈਦਾਨ ਨਹੀਂ ਛੱਡਿਆ, ਖੰਡਾ ਵਾਂਦੇ ਹੀ ਚਲੇ ਗਏ। ਧੰਨ ਨੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ। ਉਹਨਾਂ ਦੀ ਸ਼ਹਾਦਤ ਨੂੰ, ਉਹਨਾਂ ਦੀ ਕੁਰਬਾਨੀਆਂ ਨੂੰ ਅਸੀਂ ਤੋਲ ਮੋਲ ਤਾਂ ਨਹੀਂ ਕਰ ਸਕਦੇ। ਕਿਰਪਾ ਕਰਨ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸੱਚੇ ਮਹਾਰਾਜ ਕਿ ਉਹਨਾਂ ਦੀ ਭਗਤੀ ਦੇ ਅੰਸ਼ ਚੋਂ ਕਿਣਕਾ ਮਾਤਰ ਸਾਨੂੰ ਵੀ ਦਿਓ। ਜਿਹੜੇ ਮਹਾਰਾਜ ਕਲਗੀਧਰ ਪਾਤਸ਼ਾਹ ਨੇ ਪੁੱਛਿਆ ਸੀਗਾ ਨਾ, ਦੀਪ ਸਿੰਘ ਦਮਦਮਾ ਸਾਹਿਬ ਦੀ ਧਰਤੀ ਦੇ ਉੱਤੇ ਬਾਟਾ ਤਾਂ ਸਾਫ਼ ਹੋ ਗਿਆ, ਹੁਣ ਕੀ ਦੇਖਦੇ ਹੋ? ਮਹਾਰਾਜ ਹਦੇ ਰਿਸ਼ਤੇ ਅੰਦਰ ਮੇਰਾ ਆਪਣਾ ਮੂੰਹ ਦਿਖਦਾ ਹੈ, ਤੁਹਾਡੇ ਦਰਸ਼ਨ ਨਹੀਂ ਹੁੰਦੇ। ਕਲਗੀਧਰ ਪਾਤਸ਼ਾਹ ਮਹਾਰਾਜ ਨੇ ਕਿਹਾ, ਬਾਬਾ ਦੀਪ ਸਿੰਘ ਜੀ ਤੁਹਾਡੇ ਉੱਤੇ ਇੰਨੀ ਕਿਰਪਾ ਗੁਰੂ ਨਾਨਕ ਸਾਹਿਬ ਦੀ ਹੈ, ਤੁਸੀਂ ਸਦਾ ਹੀ ਸਦੀਵ ਸਾਡੇ ਹਿਰਦੇ ਦੇ ਅੰਦਰ ਵਾਸ ਕਰਦੇ ਹੋ, ਤੇ ਜਦੋਂ ਤੁਹਾਡਾ ਅੰਤਲਾ ਸਮੇਂ ਆਵੇਗਾ ਤੁਹਾਡੀ ਜੋਤ ਸਾਡੇ ਵਿੱਚ ਹੀ ਮਿਲੇਗੀ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ, ਜਿਨ੍ਹਾਂ ਦੇ ਇੰਨੀ ਚੜ੍ਹਦੀ ਕਲਾ ਵਾਲੇ ਸਿੰਘ। ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ। ਉਹਨਾਂ ਦੀ ਸ਼ਹਾਦਤ ਨੂੰ ਕੋਟਾਨ ਕੋਟਾਨ ਪ੍ਰਣਾਮ। ਸਾਰੇ ਖਾਲਸੇ ਪੰਥ ਨੂੰ ਬਾਬਾ ਜੀ ਦੇ ਵੱਲੋਂ ਸ਼ਰਧਾਂਜਲੀ ਦੇ ਫੁੱਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।